ਤੇ ਕਾ ਤੁਹਾਨੂੰ ਅਸੀਂ ਨਵੀਂ ਤਸਵੀਰ ਦਿਖਾਉਨੇ ਆ। ਤੁਹਾਨੂੰ ਫਰੇਮ ਦੇ ਵਿੱਚ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿ ਇੱਕ ਕਿੱਲਾਂ ਵਾਲਾ ਜਾਲ, ਥੋੜਾ ক্লোਜ਼ ਕਰਕੇ ਦਿਖਾਓ ਹੋਰ। ਇਹ ਕਿੱਲਾਂ ਵਾਲਾ ਜਾਲ ਹੈ। ਜਾਣੀ ਇਹੋ ਜਿਹੇ ਜਾਲ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਟਿੱਕਰੀ ਬਾਰਡਰ ਤੇ ਵੀ ਲੱਗੇ ਹੋਏ ਦੇਖੇ। ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਇੱਕ ਘੇਰਨ ਦੀ ਸਟ੍ਰੈਟਜੀ ਵੀ ਹੋ ਸਕਦੀ ਹੈ, ਤਾਂ ਇਹ ਇਉਂ ਹੈ ਕਿ ਜੇਕਰ ਉੱਥੇ ਕਲੈਸ਼ ਹੁੰਦਾ ਹੈ ਕਿਸੇ ਤਰ੍ਹਾਂ ਦਾ, ਤਾਂ ਇੱਧਰ ਫਿਰ ਗੱਡੀਆਂ ਭੱਜ ਨਾ ਸਕਣ ਜਾਂ ਦੌੜ ਨਾ ਸਕਣ, ਗੱਡੀਆਂ ਲੰਘ ਨਾ ਸਕਣ, ਤਾਂ ਉਹਨੂੰ ਕਾਬੂ ਕਰਨ ਦੇ ਲਈ ਇਹ ਬਣਾਇਆ। ਤੇ ਨਾਲ ਦੀ ਨਾਲ ਅਗਲੇ ਪਾਸੇ ਦਿਖਾਓ ਕਿ ਨਵੇਂ ਸੰਗਲ ਨੇ, ਨੇੜੇ ਹੋ ਕੇ ਥੋੜਾ ਅੱਗੇ ਦਿਖਾਓ ਕਿ ਨਵੇਂ ਸੰਗਲਾਂ ਦਾ ਇੰਤਜ਼ਾਮ ਹੈ ਕਿ ਇੱਥੋਂ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਸੰਗਲਾਂ ਦੇ ਰਾਹੀਂ। ਜਾਣੀ ਇੱਥੋਂ ਬੰਨੇ ਹੋਏ ਨੇ ਇਸ ਦਰਖਤ ਦੇ ਨਾਲ, ਔਰ ਇੱਥੋਂ ਜੇਕਰ ਕੋਈ ਕਿਸੇ ਤਰ੍ਹਾਂ ਦਾ ਕਲੈਸ਼ ਵਾਪਰਦਾ ਹੈ ਤਾਂ ਇਸ ਨੂੰ ਅੱਗੇ ਕਵਰ ਕੀਤਾ ਜਾ ਸਕਦਾ ਹੈ। ਇੱਧਰ ਇੱਕ ਪਿੱਲਰ ਹੈ ਔਰ ਦੂਜੇ ਪਾਸੇ ਦਰਖਤ ਹੈ। ਇਹ ਪਿੱਲਰ ਹੈ ਔਰ ਇਸ ਤੋਂ ਅੱਗੇ ਦਰਖਤ ਹੈ। ਜਾਣੀ ਇਹਨਾਂ ਨਵੇਂ ਸੰਗਲਾਂ ਦੇ ਨਾਲ ਸੁੱਟ ਕੇ ਇਹਨੂੰ ਜਾਣੀ ਕਾਬੂ ਕੀਤਾ ਜਾ ਸਕਦਾ ਜੇਕਰ ਅਜਿਹਾ ਕਲੈਸ਼ ਵਾਪਰਦਾ। ਤੇ ਇਹ ਤਿਆਰੀ ਜਿਹੜੀ ਹੈ, ਇਹ ਪੰਜਾਬ ਪੁਲਿਸ ਦੀ ਤਿਆਰੀ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬੈਰੀਗੇਟਿੰਗ ਸੀ। ਬੈਰੀਗੇਟਿੰਗ ਜਿਹੜੀ ਹੈ ਉਹ ਵੱਡੀ ਬੈਰੀਗੇਟਿੰਗ ਉਸ ਕਲੈਸ਼ ਤੋਂ ਬਾਅਦ, ਤੇ ਉਸ ਤੋਂ ਅੱਗੇ ਚੰਡੀਗੜ੍ਹ ਦਾ ਬਾਰਡਰ ਹੈ ਔਰ ਚੰਡੀਗੜ੍ਹ ਉਸ ਬਾਰਡਰ ਦੇ ਨਾਲ ਸਿੰਘ ਬੈਠੇ ਹੋਏ ਨੇ ਕਿ ਜੇਕਰ ਇਹੋ ਜਿਹਾ ਕਲੈਸ਼ ਵਾਪਰਦਾ ਤਾਂ ਇਹ ਕੰਟਰੋਲ ਕਿਵੇਂ ਕਰਨਾ ਹੈ। ਜਾਣੀ ਇਹ ਪੰਜਾਬ ਪੁਲਿਸ ਨੂੰ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਜੇਕਰ ਉੱਥੇ ਬੰਦੇ ਕਲੈਸ਼ ਕਰਦੇ ਨੇ ਤਾਂ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਕਿ ਉਹ ਲੰਘ ਕੇ ਇੱਥੋਂ ਅੱਗੇ ਨਹੀਂ ਜਾਣੇ ਚਾਹੀਦੇ। ਉਹ ਬਾਬਾ ਜੀ ਪਿੱਛੇ ਆ ਜਾਓ, ਤੁਸੀਂ ਜਿਹਦਾ ਨਾਮ ਬੋਲੇ ਮੇਵਾ ਸਿੰਘ ਜੀ ਹੈਗੇ, ਮੇਵਾ ਸਿੰਘ। ਚਲੋ ਰਹਿਣ ਦਿਓ। ਚਰਨਜੀਤ ਸਿੰਘ ਜੀ ਆ ਜਾਓ। ਚਰਨਜੀਤ ਸਿੰਘ, ਕੁਲਦੀਪ ਸਿੰਘ ਲਾਈਵ ਚੱਲ ਰਿਹਾ ਸੀ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲਿਸਟ ਹੈ, ਲਿਸਟ ਤੇ ਬਕਾਇਦਾ ਤੌਰ ਤੇ ਨਾਮ ਲਿਖੇ ਜਾਂਦੇ ਆ ਔਰ ਜਿਨ੍ਹਾਂ ਦੇ ਨਾਮ ਦਰਜ ਹੁੰਦੇ ਨੇ, ਕਿਉਂਕਿ ਪਹਿਲਾਂ ਕਮੇਟੀ ਕੋਲੇ ਨਾਮ ਦਰਜ ਕੀਤੇ ਜਾਂਦੇ ਆ, ਜਿਨ੍ਹਾਂ ਦੇ ਨਾਮ ਹੁੰਦੇ ਨੇ ਉਹੀ 31 ਸਿੰਘਾਂ ਦਾ ਜਥਾ ਹੁੰਦਾ ਹੈ। ਉਹਨਾਂ ਨੂੰ ਹੀ ਇੱਥੇ ਆ ਕੇ ਫਿਰ ਵੈਰੀਫਾਈ ਕੀਤਾ ਜਾਂਦਾ ਹੈ। ਉਸ ਪੁਆਇੰਟ ਤੋਂ ਜਿਹੜਾ ਹੈ ਉੱਥੋਂ ਚੱਲ ਕੇ ਚੌਂਕ ਦੇ ਵਿੱਚ ਆ ਕੇ ਵੈਰੀਫਾਈ ਕੀਤਾ ਜਾਂਦਾ ਹੈ ਔਰ ਉਹਨਾਂ ਸਿੰਘਾਂ ਨੂੰ ਹੀ ਇਸ ਜਥੇ ਦਾ ਹਿੱਸਾ ਮੰਨਿਆ ਜਾਂਦਾ ਜਿਨ੍ਹਾਂ ਦਾ ਨਾਮ ਕਮੇਟੀ ਦੇ ਕੋਲ ਦਰਜ ਹੁੰਦਾ ਔਰ ਹੋਰ ਕਿਸੇ ਨੂੰ ਵੀ ਇਸ ਜਥੇ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ। ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਦਿਨ ਕਲੈਸ਼ ਵਾਪਰਿਆ, ਜੋ ਕੁਝ ਹੋਇਆ, ਉਹ ਕਿਤੇ ਨਾ ਕਿਤੇ ਉਹ ਚਿੰਤਾਜਨਕ ਸੀ। ਚਾਹੇ ਉਹ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਵਾਪਰਿਆ, ਜਿਸ ਵੱਲੋਂ ਵੀ ਵਾਪਰਿਆ, ਤਾਂ ਉਹ ਚਿੰਤਾ ਦਾ ਵਿਸ਼ਾ ਸੀ। ਪਰ ਹੁਣ ਕਮੇਟੀ ਚਾਹੁੰਦੀ ਹੈ ਕਿ ਅਜਿਹਾ ਕੁਝ ਨਾ ਹੋਵੇ ਔਰ ਉਹਨਾਂ ਦੀ ਕੋਈ ਵੀ ਛੋਟੀ ਜਿਹੀ ਮਿਸਟੇਕ ਵੀ ਇਸ ਕੌਮੀ ਇਨਸਾਫ ਮੋਰਚੇ ਦੇ ਲਈ ਨੁਕਸਾਨ ਨਾ ਪੈਦਾ ਕਰੇ। ਤਾਂ ਇਸ ਨੂੰ ਲੈ ਕੇ ਬਕਾਇਦਾ ਤੌਰ ਤੇ ਕਮੇਟੀ ਦੇ ਵੱਲੋਂ ਕਹਿ ਸਕਦੇ ਹਾਂ ਕਿ ਬਰੀਕ ਛਾਨਣੀ ਜਿਹੜੀ ਜ਼ਰੂਰ ਲਗਾਈ ਗਈ ਹੈ ਕਿ 31 ਸਿੰਘਾਂ ਦਾ ਨਾਮ ਜਿਹੜਾ ਉਹ ਲਿਖ ਲਿਆ ਜਾਂਦਾ ਹੈ ਔਰ ਉਸ ਨੂੰ ਬਕਾਇਦਾ ਤੌਰ ਤੇ ਵੈਰੀਫਾਈ ਕਰਕੇ ਅੱਗੇ ਜਿਹੜਾ ਹੈ ਉਹ ਭੇਜਿਆ ਜਾਂਦਾ ਹੈ। ਤਾਂ ਦੇਖੋ ਜਿਨ੍ਹਾਂ ਦੇ ਨਾਮ ਵੈਰੀਫਾਈ ਹੋ ਰਹੇ ਨੇ ਉਹਨਾਂ ਨੂੰ ਅੱਗੇ ਲੰਘਾਇਆ ਜਾ ਰਿਹਾ ਹੈ। ਇਹ 31 ਸਿੰਘਾਂ ਦਾ ਜਥਾ ਜਿਹੜਾ ਹੈ ਇਹ ਇਸ ਵੇਲੇ ਰਵਾਨਾ ਹੋਣ ਲੱਗਾ ਔਰ ਬਕਾਇਦਾ ਤੌਰ ਤੇ ਲਿਸਟ ਤੇ ਨਾਮ ਬੋਲਿਆ ਜਾਂਦਾ ਹੈ ਔਰ ਸਾਹਮਣੇ ਤਸਵੀਰਾਂ 'ਚ ਦੇਖੋ ਕਿ ਸਿਰਫ ਉਹਨਾਂ ਨੂੰ ਹੀ ਅੱਗੇ ਕੱਢਿਆ ਜਾਂਦਾ ਜਿਨ੍ਹਾਂ ਦਾ ਇਸ ਲਿਸਟ ਦੇ ਵਿੱਚ ਨਾਮ ਹੈ। ਤਾਂ ਬਕਾਇਦਾ ਤੌਰ ਤੇ ਹੱਥਾਂ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਫੜੇ ਹੋਏ ਨੇ ਔਰ ਇਹ ਅਗਵਾਈ ਜਿਹੜੀ ਹੈ ਅੱਜ ਅਵਤਾਰ ਸਿੰਘ ਹੋਰਾਂ ਦੇ ਵੱਲੋਂ ਕੀਤੀ ਜਾਣੀ ਹੈ ਔਰ 31 ਸਿੰਘਾਂ ਦਾ ਜਥਾ ਇੱਕ ਵਾਰ ਫੇਰ ਤੋਂ ਜਾਏਗਾ। ਸਤਨਾਮ ਵਾਹਿਗੁਰੂ ਦਾ ਜਾਪ ਹੋਣਾ ਹੈ ਔਰ ਸਤਨਾਮ ਵਾਹਿਗੁਰੂ ਦੇ ਜਾਪ ਤੋਂ ਬਾਅਦ ਜਿਹੜਾ ਹੈ ਉੱਥੇ ਜਾ ਕੇ ਬਕਾਇਦਾ ਤੌਰ ਤੇ ਜਿਵੇਂ ਪਹਿਲਾਂ ਵੀ ਜਥੇ ਜਾਂਦੇ ਨੇ ਉੱਥੇ ਬੈਠ ਕੇ ਜਾਪ ਹੋਣਾ ਹੈ ਔਰ ਗੱਲਬਾਤ ਕੀਤੀ ਜਾਏਗੀ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਸੀਐਮ ਹਾਊਸ ਵੱਲ ਅਸੀਂ ਰਵਾਨਾ ਹੋ ਸਕੀਏ। ਪਰ ਅੱਗੇ ਫਿਰ ਉਹੀ ਹਵਾਲਾ ਦਿੱਤਾ ਜਾਂਦਾ ਹੈ ਕਿ ਧਾਰਾ 144 ਲੱਗੀ ਹੈ, ਤੁਸੀਂ ਚੰਡੀਗੜ੍ਹ 'ਚ ਐਂਟਰ ਨਹੀਂ ਕਰ ਸਕਦੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਹਰ ਰੋਜ਼ ਵਾਪਰਦੀਆਂ ਨੇ। ਪਰ ਇਹ ਸਭ ਦੇ ਵਿਚਾਲੇ ਕਮੇਟੀ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਕੋਸ਼ਿਸ਼ ਕਰਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ, ਕਲੈਸ਼ ਨਾ ਹੋਵੇ। ਤਾਂ ਬਕਾਇਦਾ ਤੌਰ ਤੇ ਇੱਕ ਬਕਾਇਦਾ ਤੌਰ ਤੇ ਚੇਨ ਬਣਾਈ ਜਾਂਦੀ ਹੈ, ਲਿਸਟ ਬਣਾਈ ਜਾਂਦੀ ਹੈ ਔਰ ਲਿਸਟ ਦੇ ਚੱਲਦਿਆਂ ਹੀ ਜਿਹੜੇ ਸਿੰਘਾਂ ਨੂੰ ਅੱਗੇ ਭੇਜਿਆ ਜਾਂਦਾ ਹੈ।
ਤਾਂ ਸੰਗਤਾਂ ਰਵਾਨਾ ਹੋ ਚੁੱਕੀਆਂ ਨੇ ਬਕਾਇਦਾ ਤੌਰ ਤੇ ਜਿਹੜਾ ਵੈਰੀਫਾਈ ਕੀਤਾ ਗਿਆ, ਨਾਮ ਬੋਲੇ ਗਏ ਔਰ ਜਦੋਂ ਇਹ ਸਾਰਾ ਵੈਰੀਫਾਈ ਹੋ ਜਾਂਦਾ ਤਾਂ ਉਦੋਂ ਫਿਰ ਰਵਾਨਾ ਕਰ ਦਿੱਤੇ ਜਾਂਦੀ ਹੈ, ਇਹ ਜਥੇ ਨੂੰ ਰਵਾਨਾ ਕਰ ਦਿੱਤਾ ਜਾਂਦਾ। ਤਾਂ ਜਥਾ ਰਵਾਨਾ ਹੋ ਚੁੱਕਿਆ ਹੈ ਬਕਾਇਦਾ ਤੌਰ ਤੇ ਔਰ ਲਿਸਟ ਲੈ ਕੇ ਸਿੰਘ ਅੱਗੇ ਅੱਗੇ ਚੱਲਦੇ ਨੇ ਔਰ ਇੱਕ ਸਿੰਘ ਨੂੰ ਅਗਵਾਈ ਦੇ ਲਈ ਚੁਣਿਆ ਜਾਂਦਾ ਹੈ, ਜੋ ਅੱਜ ਅਗਵਾਈ ਦੇ ਲਈ ਅਵਤਾਰ ਸਿੰਘ ਹੋਰਾਂ ਦਾ ਨਾਮ ਜਿਹੜਾ ਹੈ ਉਹ ਅੱਗੇ ਲਿਆ ਗਿਆ। ਔਰ ਪ੍ਰਕਿਰਿਆ ਉਹੀ ਰਹਿਣ ਵਾਲੀ ਹੈ ਕਿ ਅੱਗੇ ਚੌਂਕ ਤੇ ਜਾਇਆ ਜਾਏਗਾ, ਫਿਰ ਉਸੇ ਪੁਆਇੰਟ ਤੇ ਪਹੁੰਚਿਆ ਜਾਏਗਾ ਜਿੱਥੇ ਕਲੈਸ਼ ਵਾਪਰਿਆ, ਜਿੱਥੇ ਚੰਡੀਗੜ੍ਹ ਦੀ ਹੱਦ ਸ਼ੁਰੂ ਹੁੰਦੀ ਹੈ ਉੱਥੇ ਬੈਰੀਕੇਡਿੰਗ ਹੈ। ਉਸ ਬੈਰੀਕੇਡਿੰਗ ਤੇ ਜਾ ਕੇ ਸਿੰਘ ਬੈਠ ਜਾਣਗੇ, ਗੁਰੂ ਦਾ ਜਾਪ ਕਰਨਗੇ। ਔਰ ਇਹ ਵੱਡੀ ਗੱਲ ਹੈ ਕਿ 8ਵਾਂ ਦਿਨ ਹੈ ਅੱਜ 8ਵਾਂ ਜਥਾ ਜਿਹੜਾ ਹੈ ਉਹ ਸੀਐਮ ਹਾਊਸ ਵੱਲ ਨੂੰ ਰਵਾਨਾ ਹੋ ਰਿਹਾ ਹੈ, ਪਰ ਹਾਲੇ ਤੱਕ ਸਰਕਾਰ ਦੇ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ, ਨਾ ਹੀ ਕੋਈ ਚਰਚਾ ਛਿੜੀ ਹੈ ਤੇ ਨਾ ਹੀ ਕੋਈ ਹਾਲੇ ਸੰਭਾਵਨਾ ਨਜ਼ਰ ਆਉਂਦੀ ਹੈ। ਤਾਂ ਇਹ ਸਭ ਤੋਂ ਵੱਡੀ ਗੱਲ ਹੈ। ਔਰ ਕਿਉਂਕਿ ਜਦੋਂ ਐਡਾ ਵੱਡਾ ਕਲੈਸ਼ ਵਾਪਰਦਾ, ਜਦੋਂ ਦਿੱਲੀ ਕਿਸਾਨ ਮੋਰਚਾ ਵੀ ਲੱਗਦਾ ਸੀ ਤਾਂ ਗੱਲਬਾਤ ਦੇ ਦੌਰ ਚੱਲਦੇ ਰਹਿੰਦੇ ਸੀ, ਗੱਲਬਾਤ ਦੇ ਦੌਰ ਨਹੀਂ ਟੁੱਟੇ, ਗੱਲਬਾਤ ਚੱਲਦੀ ਰਹੀ। ਔਰ 26 ਜਨਵਰੀ ਤੋਂ ਬਾਅਦ ਜ਼ਰੂਰ ਕੁਝ ਸਮੇਂ ਦੇ ਲਈ ਡੈਡਲੌਕ ਆਇਆ, ਪਰ ਉਸ ਤੋਂ ਬਿਨਾਂ ਡੈਡਲੌਕ ਤੋਂ ਬਾਅਦ ਗੱਲਬਾਤ ਹੋਈ ਔਰ ਸਿੱਧੀ ਅਨਾਉਂਸਮੈਂਟ ਸਰਕਾਰ ਦੇ ਵੱਲੋਂ ਹੋਈ ਕਿ 3 ਖੇਤੀ ਕਾਨੂੰਨ ਵਾਪਸ ਹੋ ਗਏ। ਪਰ ਇੱਥੇ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਬੁਲਾਵਾ ਨਹੀਂ, ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦੇ ਨਾਲ ਵੀ ਨੈਗੋਸੀਏਸ਼ਨ ਦੇ ਲਈ ਗੱਲਬਾਤ ਨਹੀਂ ਤੋਰੀ ਗਈ ਹੈ। ਤਾਂ ਮੋਰਚੇ ਦੇ ਆਗੂਆਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਅਸੀਂ ਤਾਂ ਫਿਰ ਜਥਾ ਡੇਲੀ ਭੇਜਾਂਗੇ, ਇਹ ਸਾਡੀ ਪ੍ਰਕਿਰਿਆ ਹੈ। ਜਥਾ 31 ਸਿੰਘਾਂ ਦਾ ਹੀ ਹੋਏਗਾ, 32ਵਾਂ ਕੋਈ ਸ਼ਾਮਲ ਨਹੀਂ ਹੋਏਗਾ। ਔਰ ਇਹ ਜ਼ਿੰਮੇਵਾਰੀ ਮੋਰਚਾ ਲੈਂਦਾ ਹੈ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪਹਿਲ ਨਹੀਂ ਹੋਏਗੀ ਔਰ ਪ੍ਰਸ਼ਾਸਨ ਵੀ ਕੁਝ ਅਜਿਹਾ ਨਾ ਕਰੇ ਜਿਹਦੇ ਨਾਲ ਕਿਸੇ ਵੱਡੀ ਘਟਨਾ ਦੇ ਵਾਪਰਨ ਦੀ ਕੋਈ ਉਮੀਦ ਬਣਦੀ ਹੋਵੇ। ਤਾਂ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲ ਰਿਹਾ ਸੀ। ਤਾਂ ਕੁਝ ਸਿੰਘ ਨੇ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਬਾ ਜੀ, ਜਦੋਂ ਕਿਸਾਨੀ ਮੋਰਚਾ ਚੱਲਦਾ ਸੀ ਤਾਂ ਗੱਲਬਾਤ ਦੇ ਦੌਰ ਜ਼ਰੂਰ ਚੱਲਦੇ ਰਹਿੰਦੇ ਸੀਗੇ, ਕਿਸਾਨਾਂ ਨੂੰ ਬੁਲਾ ਲਿਆ, ਗੱਲ ਹੋ ਗਈ, ਮੀਟਿੰਗ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ ਬਾਅਦ ਦੀ ਗੱਲ ਹੈ, ਘੱਟੋ ਘੱਟ ਟੇਬਲ ਤੇ ਸਰਕਾਰ ਬਹਿੰਦੀ ਸੀ। ਪਰ ਇੱਥੇ ਤਾਂ ਮਾਮਲਾ ਉਲਟ ਹੈ। ਇਹ ਸਰਕਾਰ ਦੀ ਨਲਾਇਕੀ ਹੈ। ਦੇਖੋ, ਸਾਰੀ ਸਰਕਾਰ ਬੈਠੀ ਹੈ ਚੰਡੀਗੜ੍ਹ ਦੇ ਵਿੱਚ, ਗਵਰਨਰ ਬੈਠਿਆ, ਸੀਐਮ ਬੈਠਿਆ ਤੇ ਆਪਣੀ ਅਸੈਂਬਲੀ ਵੀ ਇੱਥੇ ਹੈ ਜੀ, ਸਾਰਾ ਪ੍ਰਸ਼ਾਸਨ ਬੈਠਿਆ ਹੈ, ਪਰ ਇੱਥੇ ਗੱਲ ਕਰਨ ਸਾਡੇ ਨਾਲ ਨਹੀਂ ਆ ਰਹੇ ਕਿਉਂਕਿ ਸਾਡੀਆਂ 4 ਮੰਗਾਂ ਬਿਲਕੁਲ ਜਾਇਜ਼, ਸੱਚੀਆਂ ਸੁੱਚੀਆਂ ਮੰਗਾਂ ਤੇ ਇਹਨਾਂ ਨੂੰ ਪਤਾ ਨਹੀਂ ਕਿਉਂ ਡਰ ਲੱਗਦਾ, ਸਮਝ ਨਹੀਂ ਆਉਂਦੀ, ਇਹ ਸਾਡੀ ਗੱਲ ਕਿਉਂ ਨਹੀਂ ਸੁਣਨਾ ਚਾਹੁੰਦੇ ਤੇ ਇਹ ਤਾਂ ਇਹਨਾਂ ਨੂੰ ਪਤਾ ਹੋਣਾ ਜੀ। ਨਹੀਂ, ਬਿਲਕੁਲ ਪਤਾ ਤਾਂ ਉਹਨਾਂ ਨੂੰ ਹੋਏਗਾ, ਪਰ ਗੱਲ ਇਹ ਹੈ ਵੀ ਕੁਝ ਸਮਝ ਤਾਂ ਆਉਣਾ ਚਾਹੀਦਾ। ਕੀ ਆਗੂਆਂ ਦੇ ਸਮਝ 'ਚ ਆ ਰਹੀ ਹੈ ਗੱਲ ਕਿ ਸਰਕਾਰ ਕਿਉਂ ਨਹੀਂ? ਦੇਖੋ, ਜੱਜ ਸਾਹਿਬ ਨੇ ਹੁਕਮ ਕੀਤੇ ਹੋਏ ਨੇ ਐਸਐਸਪੀ ਸਾਹਿਬ ਨੂੰ ਕਿ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਆਓ, ਇੱਥੇ ਆਪਾਂ ਉਹਨਾਂ ਦਾ ਕੇਸ ਸ਼ੁਰੂ ਕਰਨਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਹਾਲੇ ਤੱਕ ਕੋਈ ਕਾਰਵਾਈ ਕਰ ਨਹੀਂ ਰਿਹਾ। ਔਰ 8ਵਾਂ ਦਿਨ ਹੈ। ਇਹ ਸਾਡੇ ਬੰਦੀ ਸਿੰਘਾਂ ਨੂੰ, ਸਾਨੂੰ ਇਹ ਪਰੇਸ਼ਾਨ ਕਰਨਾ ਚਾਹੁੰਦੇ ਆ, ਕੁਛ ਨਹੀਂ ਹੈਗਾ। ਜਿਹੜੇ ਪ੍ਰੋਡਕਸ਼ਨ ਮੰਡਕ ਜਿਹੜੇ ਕੇਸਾਂ 'ਚ ਆਏ ਆ ਉਹਨਾਂ ਕੇਸਾਂ 'ਚ ਭਾਈ ਹਵਾਰਾ ਸਾਹਿਬ ਜੀ ਬਰੀ ਹੋਣਗੇ ਲਾਜ਼ਮੀ। ਕਿਉਂ? ਦੇਖੋ 25 ਸਾਲ ਹੋ ਗਏ ਉਸ ਕੇਸ ਨੂੰ, ਨਾ ਕੋਈ ਗਵਾਹ ਨਾ ਕੋਈ ਗੱਲ ਹੈ। ਇਹ ਜਾਣ ਕੇ ਉਹਨੂੰ ਸਟੈਂਡ ਰੱਖਣਾ ਚਾਹੁੰਦੇ ਕੇਸਾਂ ਨੂੰ ਵੀ ਅਸੀਂ ਤਾਂ ਕਿ ਕੇਸ ਖੜੇ ਰੱਖੀਏ, ਵੀ ਅਸੀਂ ਬਹਾਨਾ ਲੱਭੀਏ, ਨਾ ਹੀ ਹਾਲੇ ਤੱਕ ਕੇਸ ਚੱਲਦੇ ਆ ਜੀ, ਅਸੀਂ ਕੋਈ ਗੱਲ ਨਹੀਂ ਸਕਦੇ। ਤੁਹਾਨੂੰ ਲੱਗਦਾ ਇਹ ਸਾਰੀ ਇਨਵੋਲਵਮੈਂਟ ਪੰਜਾਬ ਸਰਕਾਰ ਦੀ ਹੋਊਗੀ ਜਾਂ ਕੇਂਦਰ ਸਰਕਾਰ ਵੱਲੋਂ ਵੀ ਕਿਸੇ ਨਾ ਕਿਸੇ ਦਬਾਇਆ ਗਿਆ ਹੋਊਗਾ? ਹੋ ਸਕਦਾ ਪੰਜਾਬ ਸਰਕਾਰ ਕਿਸੇ ਮਜਬੂਰੀ ਦੇ ਅੰਦਰ ਹੋਵੇ। ਦੋਨੋਂ ਸਰਕਾਰਾਂ ਇਕੱਠੀਆਂ ਜੀ, ਦੋਨੋਂ ਸਰਕਾਰਾਂ ਇਸ ਕਿਉਂ ਖਿਚੜੀਆਂ, ਇਹ ਇੱਕ ਮਿਕਸ ਪਾਲਿਸੀ ਕੋਈ ਇਹਨਾਂ ਦੀ, ਇਹ ਸਲਾਹ ਕਰਕੇ ਦੋਨੋਂ ਆਸ ਕਰਦੀਆਂ ਜੀ। ਤਾਂ ਸਿੱਧੇ ਤੌਰ ਤੇ ਦੋਹਾਂ ਸਰਕਾਰਾਂ ਤੇ ਕਿਤੇ ਨਾ ਕਿਤੇ ਰੰਜ ਹੈ, ਦੋਹਾਂ ਸਰਕਾਰਾਂ ਦੇ ਨਾਲ ਨਾਰਾਜ਼ਗੀ ਆ। ਦੇਖੋ, ਸਿੱਧਾ ਮਾਮਲਾ ਭਾਵੇਂ ਕੇਂਦਰ ਸਰਕਾਰ ਦੇ ਨਾਲ ਹੈ ਕਿ ਕੌਮੀ ਸਿੰਘ ਉਹਨਾਂ ਦੇ ਵੱਲੋਂ ਰਿਹਾ ਕੀਤੇ ਜਾਣੇ ਆ, ਪਰ ਪੰਜਾਬ ਸਰਕਾਰ ਦੇ ਨਾਲ ਰੌਲਾ ਇੰਨਾ ਕੁ ਹੈ ਕਿ ਪ੍ਰੋਡਕਸ਼ਨ ਵਾਰੰਟ ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਲੈ ਕੇ ਆਉਣਾ ਹੈ, ਜਾਣੀ ਤਿਹਾੜ ਤੋਂ ਮੋਹਾਲੀ ਲੈ ਕੇ ਆਉਣਾ ਹੈ। ਔਰ ਮੰਗ ਇਹ ਹੈ ਕਿ ਪ੍ਰੋਡਕਸ਼ਨ ਵਾਰੰਟ ਤੇ ਲਿਆਓ, ਮਾਮਲਾ ਸ਼ੁਰੂ ਕਰੋ ਔਰ ਜਾਂ ਉਹਨਾਂ ਨੂੰ ਚੰਡੀਗੜ੍ਹ ਰੱਖਿਆ ਜਾਵੇ ਜਾਂ ਰੋਪੜ ਰੱਖਿਆ ਜਾਵੇ, ਦਿੱਲੀ ਦੇ ਵਿੱਚ ਰੱਖਣ ਦਾ ਕੋਈ ਤੁਕ ਨਹੀਂ ਬਣਦਾ। ਇਹੀ ਡਿਮਾਂਡ ਹੈ, ਇਸੇ ਡਿਮਾਂਡ ਨੂੰ ਲੈ ਕੇ ਜਥਾ ਨਿਕਲਦਾ, ਪਰ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਹੁੰਦੀ। ਤਾਂ ਇਹ ਰਾਂਝਾ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਜਥੇ ਦੀਆਂ ਤਸਵੀਰਾਂ ਕਿ 31 ਸਿੰਘਾਂ ਦਾ ਜਥਾ ਇੱਕ ਵਾਰ ਫੇਰ ਤੋਂ ਰਵਾਨਾ ਹੋਇਆ ਔਰ ਇਹ ਜਥੇ ਦੇ ਵੱਲੋਂ ਉਸੇ ਪ੍ਰਕਿਰਿਆ ਦੇ ਤਹਿਤ ਉੱਥੇ ਪਹੁੰਚਿਆ ਜਾਏਗਾ ਔਰ ਇਸੇ ਤਰ੍ਹਾਂ ਦੇ ਨਾਲ ਜਾਪ ਜਿਹੜਾ ਲਗਾਤਾਰ ਚੱਲਦਾ ਰਹੇਗਾ।